ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਵਾਹਿਗੁਰੂ ਸਾਹਿਬ ਜੀਓ ਦੋਹਰਾ ਦੋਨ੍ਹਾਂ ਪੁੱਤਰ ਸਮੀਪ ਪਿਤ ਆਨ ਬੰਦਨਾ ਕੀਨਾ
ਸੰਹਾਰੀ ਕੋ ਨਮੋ ਕੀਆ ਤਿਨ ਪਿਖ ਆਸ਼ਿਖ ਦੀਨਾ ਦੋਨਹ ਪੁੱਤਰ ਸਮੀਪ ਪਿਤ ਆਨ ਬੰਦਨਾ ਕੀਨਾ ਸੰਹਾਰੀ ਕੋ ਨਮੋ ਕੀਆ ਤਿਨ ਪਿਖ ਆਸ਼ਿਖ ਦੀਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਦਇਆ ਨਿਧ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ ਕਰੁਣਾ ਨਿਧਾਨ ਜਗ ਦਾਤੇ ਗੁਰੂ ਗਰੀਬ ਨਵਾਜ ਨੇਚਲ ਚੌਰ ਛਤਰ ਤਖਤ ਕੇ ਮਾਲਕ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਸਤਿਗੁਰਾਂ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਸੰਸਾਰ ਵਿੱਚ ਦੁਰਲੱਭ ਲੱਭਣ ਵਾਲੀ ਏ ਸੰਗਤ ਦੀ, ਸਤ ਸੰਗਤ ਦੀ ਪਾਵਨ ਪਵਿੱਤਰ ਘੜੀ, ਜਿਸ ਦਾ ਆਨੰਦ ਆਪਾਂ ਮਾਈ ਭਾਈ ਸਾਰੇ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕਰਕੇ ਮਾਣਦੇ ਹਾਂ। ਧੰਨ ਧੰਨ ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ ਆਪਾਂ ਨਿਤਾ ਪ੍ਰਤੀ ਸੁਣ ਰਹੇ ਹਾਂ। ਜਥਾ ਪ੍ਰਸੰਗ ਪਿੱਛੇ ਸੁਣਿਆ ਪੜ੍ਹਿਆ ਵਿਚਾਰਿਆ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜਦੋਂ ਗੋਇੰਦਵਾਲ ਸਾਹਿਬ ਟਿਕੇ ਹੋਏ ਹੈ, ਹਜ਼ੂਰ ਹੀ ਸੱਚੇ ਪਾਤਸ਼ਾਹ ਜੀ ਕਰਨ ਕਾਰਨ ਸਮਰੱਥ ਹੈ। ਆਪ ਹੀ ਸਾਰੇ ਕਾਰਜਾਂ ਦੇ ਕਰਤਾ ਹਨ। ਪਰਚਾ ਹੀ ਮਹਾਰਾਜ ਨੇ ਬਰਖ ਦਾ ਕੋਈ ਪਾਉਣਾ ਹੈ ਉਹ ਪਾ ਦਿੱਤਾ ਹੈ। ਉਹਦੇ ਵਿੱਚ ਉਹ ਜਿਵੇਂ ਕਹਿ ਲਓ ਵੀ ਸੰਹਾਰੀ ਜੀ ਦੇ ਪੁੱਤਰ ਦਾ ਵਿਆਹ ਹੋਣਾ, ਪਰਮੇਸ਼ਰ ਗੁਰੂ ਰਾਮਦਾਸ ਮਹਾਰਾਜ ਤੋਂ ਹੀ ਪ੍ਰੇਰੇ ਹੋਏ ਭਾਈ ਸੰਹਾਰੀ ਜੀ ਲਾਹੌਰੋਂ ਚੱਲ ਕਰਕੇ ਗੋਇੰਦਵਾਲ ਸਾਹਿਬ ਆਏ ਹੈ। ਇਹ ਸੰਹਾਰੀ ਭਾਈ ਸੰਹਾਰੀ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਕੋਈ ਸ਼ਰੀਕੇ ਵਿੱਚੋਂ ਤਾਇਆ ਲੱਗਦੇ ਹੈ, ਉਹਨਾਂ ਦੇ ਪੁੱਤਰ ਹੈ। ਗੁਰੂ ਰਾਮਦਾਸ ਮਹਾਰਾਜ ਦੇ ਪਾਸ ਦਰਸ਼ਨ ਦੀਦਾਰ ਕੀਤੇ, ਨਾਲ ਜਿਹੜੇ ਸੇਵਕ ਆਏ ਹੋਏ ਹੈ ਭਾਈ ਸੰਹਾਰੀ ਜੀ ਦੇ ਨੌਕਰ, ਮਠਾਈਆਂ ਬਹੁਤ ਭਾਰੀ ਜਿਹੜੇ ਵਾ ਉਹ ਥਾਲ ਚੁੱਕੇ ਹੋਏ ਹੈ, ਸਤਿਗੁਰਾਂ ਦੇ ਚਰਨੀ ਭੇਂਟ ਕੀਤੀ। ਗੁਰੂ ਰਾਮਦਾਸ ਮਹਾਰਾਜ ਜੀ ਉਹ ਵੱਡੇ ਜਾਣ ਕੇ ਚੁੱਕੇ ਹੈ ਭਾਈ ਸੰਹਾਰੀ ਜੀ ਨੂੰ, ਤੇ ਭਾਈ ਸੰਹਾਰੀ ਜੀਆਂ ਨੇ ਹੱਥ ਜੋੜੇ ਕਿ ਮਹਾਰਾਜ ਵੀ ਤੁਸੀਂ ਠੀਕ ਹੈ, ਆਪਾਂ ਇਕੱਠੇ ਪਲੇ ਹਾਂ, ਰਿਸ਼ਤੇ ਵਿੱਚ ਤੁਸੀਂ ਸਾਥੋਂ ਭਰਾ ਤਾਂ ਛੋਟੇ ਹੋ, ਪਰ ਪਦਵੀ ਹੁਣ ਤੁਹਾਡੇ ਪਾਸ ਉਹ ਹੈ ਜਿਹੜੀ ਸਾਰੇ ਸੰਸਾਰ ਤੋਂ ਉੱਚੀ ਹੈ। ਆਪ ਨੇ ਚਲ ਚੌਰ ਛਤਰ ਤਖਤ ਕੇ ਮਾਲਕ ਹੋ, ਹਮ ਸਰ ਦੀਨ ਦਇਆਲ ਨਾ ਤੁਮ ਸਰ। ਤੇ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਤਖਤਾਂ ਦੇ ਮਾਲਕ ਹੋ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਚੌਥਾ ਸਰੂਪ ਹੋ। ਅਸੀਂ ਮਹਾਰਾਜ ਕਾਮੀ ਜੀਵ ਹਾਂ, ਕਾਮਨਾ ਕਰਨ ਵਾਲੇ ਹਾਂ, ਗ੍ਰਸਤ ਦੇ ਧੰਦਿਆਂ ਵਿੱਚ ਫਸੇ ਹੋਏ ਹਾਂ। ਤੁਹਾਡਾ ਯੋਗ ਨਹੀਂ ਮਹਾਰਾਜ ਸਾਨੂੰ ਚੁੱਕਣਾ, ਤੁਹਾਨੂੰ ਬੰਦਣਾ ਸਾਡੇ ਵੱਲੋਂ ਹੀ ਕਾਰਵਾਉਣੀ ਬਣ ਆਉਂਦੀ ਹੈ। ਇਸ ਤਰ੍ਹਾਂ ਦੇ ਚਲੋ ਬਚਨ ਵਿਲਾਸ ਹੋਏ, ਸੁੱਖ ਸਾਂਦ ਪੁੱਛੀ ਹੈ। ਮਹਾਰਾਜ ਪੁੱਛਦੇ ਕਿਸ ਕੰਮ ਨੂੰ ਆਏ ਹੋ? ਆਖਿਆ ਮਹਾਰਾਜ ਵੀ ਤੁਹਾਡੇ ਭਤੀਏ ਦਾ ਵਿਆਹ ਰੱਖਿਆ ਹੋਇਆ, ਤੇ ਇੱਛਾ ਹੈ ਵੀ ਜੇ ਤੁਸੀਂ ਆਓ ਤੇ ਇਹ ਫੇਰ ਹੀ ਕਾਰਜ ਸਫਲ ਹੈ। ਗਰੀਬ ਨਵਾਜ ਇੱਕ ਵਾਰੀ ਤਾਂ ਉਹ
ਕਿਉਂਕਿ ਜੇ ਆਏ ਸੀ ਸੰਹਾਰੀ ਜੀ, ਸਿੱਧਾ ਜਵਾਬ ਨਾ ਦਿੱਤਾ। ਮਰਿਆਦਾ ਪੁਰਸ਼ੋਤਮ ਸਤਿਗੁਰਾਂ ਨੇ ਜਿਵੇਂ ਯਥਾ ਉਥੇ ਛਕਣ ਛਕਾਉਣ ਦਾ, ਰਹਿਣ ਬਹਿਣ ਦਾ ਪ੍ਰਬੰਧ ਹੈ, ਉਹ ਸਾਰਾ ਕੁਝ ਦਿੱਤਾ ਹੈ। ਰਾਤ ਹੋਣ ਤੋਂ ਬਾਅਦ ਜਦੋਂ ਸਵੇਰਾ ਹੋਇਆ, ਭਾਈ ਸੰਹਾਰੀ ਮੱਲ ਜੀ ਮਹਾਰਾਜ ਦੇ ਪਾਸ ਆ ਕੇ ਜਦੋਂ ਬੈਠੇ ਆ, ਹਜ਼ੂਰ ਨੇ ਆਖਿਆ ਕਿ ਹੇ ਸੰਹਾਰੀ ਜੀ, ਤੁਸੀਂ ਸਾਡੇ ਸਤਿਕਾਰਯੋਗ ਹੋ, ਵੱਡੇ ਭਰਾਤਾ ਹੋ, ਵੀ ਅਸੀਂ ਤੁਹਾਡੇ ਹੀ ਕੋਈ ਫਾਇਦੇ ਦੀ ਗੱਲ ਦੱਸ ਰਹੇ ਹਾਂ, ਵੀ ਵਿਚਾਰ ਇਉਂ ਹੈ ਵੀ ਜੇ ਸਾਨੂੰ ਤਰਾਜ ਕੋਈ ਨਹੀਂ ਤੁਹਾਡੇ ਨਾਲ ਜਾਣ ਲੱਗਿਆ, ਪਰ ਵੇਖੋ ਇੱਥੇ ਸੰਗਤਾਂ ਬਹੁਤ ਆਉਂਦੀਆਂ। ਗੁਰੂ ਅਮਰਦਾਸ ਮਹਾਰਾਜ ਇਹ ਸਾਰੀਆਂ ਸੰਗਤਾਂ ਨੂੰ ਸਾਡੇ ਲੜ ਲਾ ਕੇ ਗਏ ਹੈ। ਜੇ ਅਸੀਂ ਜਾਵਾਂਗੇ, ਸੰਗਤਾਂ ਆ ਕੇ ਮੁੜਨਗੀਆਂ, ਪੈਂਡਾ ਬਿਰਥ ਜਾਵੇਗਾ, ਕਾਲਣਾ ਕਾਲੀ, ਇਹ ਸੰਗਤ ਦਾ ਨਿਰਾਦਰ ਹੈ। ਅਸੀਂ ਚਾਹੁੰਦੇ ਨਹੀਂ ਇਹ ਨਿਰਾਦਰ ਹੋਵੇ। ਅਤੇ ਦੂਜੀ ਗੱਲ ਇਹ ਹੈ ਕਿ ਅਸੀਂ ਉੱਥੇ ਜਾਵਾਂਗੇ, ਸੰਗਤਾਂ ਨਾਲ ਆਉਣਗੀਆਂ, ਕੁਝ ਉੱਧਰ ਦੀਆਂ ਇਕੱਠੀਆਂ ਹੋ ਜਾਣੀਆਂ, ਅੱਗੇ ਬਰਾਤ ਗਏ ਅਤੇ ਉਹ ਫਿਰ ਲੜਕੀ ਵਾਲਿਆਂ ਦਾ ਕੀ ਹਾਲ ਹੋਵੇਗਾ, ਕਿਉਂਕਿ ਇੰਨਾ ਪ੍ਰਬੰਧ ਕਰਨਾ ਔਖਾ ਹੁੰਦਾ। ਇੱਕ ਸਧਾਰਨ ਪਰਿਵਾਰ ਨੂੰ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਸਾਡੇ ਨਾਲ ਰਹਿੰਦੀ ਹੈ। ਇਸ ਕਰਕੇ ਤੁਸੀਂ ਗੱਲ ਨੂੰ ਸਮਝੋ, ਅਸੀਂ ਨਹੀਂ ਆ ਸਕਦੇ। ਤੋ ਭਾਈ ਸੰਹਾਰੀ ਜੀ ਸਿਆਣੇ ਹੈ, ਕਿਹਾ ਮਹਾਰਾਜ ਬਚਨ ਤੁਹਾਡਾ ਤਾਂ ਸੱਚਾ ਹੈ, ਵੀ ਅੱਗੋਂ ਮਹਾਤੜੀ ਹੈ ਜਿੱਧਰ ਆਪਣੇ ਪੁੱਤਰ ਦਾ ਵਿਵਾਹ ਹੋ ਰਿਹਾ, ਅਤੇ ਉੱਥੇ ਫਿਰ ਉਹਨਾਂ ਦੀ ਖਿੱਚ ਹੋਵੇਗੀ ਵੀ ਗੁਰੂ ਰਾਮਦਾਸ ਜੀ ਆਏ ਹੈ, ਸੰਗਤ ਦਾ ਪ੍ਰਸ਼ਾਦਾ ਅਸੀਂ ਕਰੀਏ ਅਤੇ ਇਉਂ ਕਰਜਾਈ ਹੋ ਜਾਣਾ, ਕਿਉਂਕਿ ਪ੍ਰਬੰਧ ਬਹੁਤ ਵੱਡਾ ਚਾਹੀਦਾ, ਪੁੱਤਰੀ ਦਾ ਵਿਵਾਹ ਵੀ ਹੈ। ਭਾਈ ਸੰਹਾਰੀ ਜੀ ਸਮਝੇ, ਪਰ ਫਿਰ ਬੇਨਤੀ ਕਰਦੇ ਹੈ ਵੀ ਮਹਾਰਾਜ ਚਲੋ ਤੁਸੀਂ ਨਹੀਂ ਤੇ ਆਪਣੇ ਪੁੱਤਰ ਕਿਸੇ ਸਾਹਿਬਜ਼ਾਦੇ ਨੂੰ ਨਾਲ ਭੇਜ ਦਿਓ। ਸਤਿਗੁਰੂ ਕਹਿੰਦੇ ਹਾਂ ਇਹ ਹੋ ਸਕਦਾ, ਇਹ ਅਸੀਂ ਕਰ ਸਕਦੇ ਹਾਂ। ਪ੍ਰਿਥੀ ਚੰਦ ਜੀ ਨੂੰ ਪਹਿਲਾਂ ਆਵਾਜ਼ ਮਾਰੀ ਹੈ, ਸੁਨਾਹ ਭੇਜਿਆ, ਆਏ ਹੈ ਬਾਬਾ ਪ੍ਰਿਥੀ ਚੰਦ ਜੀ। ਔਰ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਪ੍ਰਿਥੀ ਚੰਦ ਪੁੱਤਰੇ ਤੁਹਾਡੇ ਤਾਇਆ ਲੱਗਦੇ ਹੈ, ਸੰਹਾਰੀ ਮੱਲ ਜੀ ਲਾਹੌਰੋਂ ਆਏ ਹੈ, ਇਹਨਾਂ ਦੇ ਪੁੱਤਰ ਦਾ ਵਿਆਹ ਹੈ, ਅਤੇ ਆਪ ਨਾਲ ਜਾਓ ਉੱਥੇ ਆਪਣੇ ਸੋਢੀ ਜਿੰਨੇ ਆਏ ਆ, ਤੁਹਾਡੇ ਕੋਈ ਚਾਚੇ ਤਾਏ ਅੱਗੇ ਜੋ ਸਕੀਰੀਆਂ ਵਧੀਆਂ, ਤਾਂ ਉਹਨਾਂ ਨਾਲ ਮਿਲੋ ਵਰਤੋ, ਤੁਹਾਨੂੰ ਪਤਾ ਲੱਗੇਗਾ। ਅਤੇ ਪ੍ਰਿਥੀ ਚੰਦ ਦੇ ਮਨ ਵਿੱਚ ਖੁੜਕੀ ਹੈ ਵੀ ਜੇ ਮੈਂ ਇੱਥੋਂ ਚਲਾ ਗਿਆ ਅਤੇ ਮਗਰੋਂ ਇਹ ਨਾ ਹੋਵੇ ਵੀ ਕੋਈ ਹੋਰ ਸਿੱਖ ਮਹਾਰਾਜ ਦੇ ਲਾਗੇ ਹੋ ਜਾਵੇ, ਪ੍ਰੇਮ ਵਧਾ ਲਵੇ। ਡਰ ਹੈ ਸਿੱਖ ਤੋਂ ਵੀ, ਪਰ ਬਹੁਤਾ ਡਰ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਹੈ ਪ੍ਰਿਥੀ ਚੰਦ ਨੂੰ, ਵੀ ਜੇ ਮੇਰੇ ਛੋਟੇ ਭਰਾ ਤਾਂ ਸ਼੍ਰੀ ਅਰਜਨ ਦੇਵ ਜੀ ਫਿਰ ਗੁਣਾਂ ਨਾਲ ਭਰਪੂਰ ਹੈ, ਇਹ ਨਾ ਹੋਵੇ ਵੀ ਉਹ ਸਾਰੇ ਕਾਸੇ ਦੇ ਮਾਲਕ, ਤਖਤ ਦੇ ਮਾਲਕ ਕੱਲ੍ਹ ਨੂੰ ਗੁਰਿਆਈ ਉਹ ਪ੍ਰਾਪਤ ਕਰ ਜਾਣ। ਇਹ ਪ੍ਰਿਥੀ ਚੰਦ ਚਤੁਰ ਚਲਾਕ ਬਹੁਤ ਹੈ, ਅਤੇ ਮਨ ਵਿੱਚ ਇਹ ਵੀ ਵਿਚਾਰਦਾ ਵੀ ਇੱਥੇ ਅੱਗੇ ਰਹਿੰਦੇ ਆ ਇੱਥੇ, ਅਤੇ ਨਾਲੇ ਤਾਂ ਮਹਾਰਾਜ ਦੇ ਲਾਗੇ ਰਹੀਦਾ, ਨਾਲੇ ਕੁਝ ਮਾਇਆ ਵੀ ਉਹ ਇੱਧਰ ਉੱਧਰ ਕਰ ਲਈਦੀ ਹੈ, ਅਤੇ ਜੇ ਮੈਂ ਇੱਥੋਂ ਚਲਾ ਜਾਵਾਂਗਾ ਇੱਥੇ ਭੇਤ ਖੁੱਲ੍ਹ ਜਾਣਾ ਵੀ ਅੱਗੇ ਤਾਂ ਇੰਨੀ ਮਾਇਆ ਹੁੰਦੀ ਅਤੇ ਐਤਕੀ ਵੱਧ ਕਿਵੇਂ ਗਈ। ਵੀ ਪ੍ਰਿਥੀ ਚੰਦ ਹੈ ਨਹੀਂ ਗਾ, ਇਹਦਾ ਮਤਲਬ ਇਹ ਹੈ ਵੀ ਪ੍ਰਿਥੀ ਚੰਦ ਦੀ ਉਹ ਮਾਇਆ ਖਿਸਕਾਉਂਦਾ, ਸਿੱਖਾਂ ਨੂੰ ਭੇਦ ਖੁੱਲ੍ਹੇਗਾ। ਹੋਰ ਵੀ ਬੜੀਆਂ ਵਿਉਂਤਾਂ ਜੀਆਂ ਬਣਾਉਂਦਾ ਹੋਇਆ, ਅਤੇ ਕਹਿੰਦਾ ਗੁਰੂ ਰਾਮਦਾਸ ਮਹਾਰਾਜ ਪਿਤਾ ਜੀ, ਮਹਾਰਾਜ ਮੇਰਾ ਤਾਂ ਔਖਾ ਹੈ। ਮਹਾਰਾਜ ਕਹਿੰਦੇ ਕਿਉਂ ਪ੍ਰਿਥੀ ਚੰਦ ਤੂੰ ਕਿਉਂ ਨਹੀਂ ਜਾਣਾ। ਸਤਿਗੁਰੂ ਤੁਹਾਨੂੰ ਪਤਾ ਹੀ ਹੈ ਵੀ ਮੈਂ ਇੱਥੇ ਕਿੰਨਾ ਕੰਮਕਾਰ ਸਾਂਭਿਆ ਹੋਇਆ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਹੈ, ਉਹਦੇ ਦਾਲ ਪਾਣੀ ਦਾ ਪ੍ਰਸ਼ਾਦੇ ਦਾ ਪ੍ਰਬੰਧ, ਰਿਹਾਇਸ਼ ਸੰਗਤ ਦੀ ਜਿਹੜੀ ਜ਼ਿੰਮੇਵਾਰੀ ਹੈ ਮੇਰੇ ਮੋਢਿਆਂ 'ਤੇ, ਇਸ ਕਰਕੇ ਮੈਂ ਜਾ ਨਹੀਂ ਸਕਦਾ। ਮਹਾਰਾਜ ਕਹਿੰਦੇ ਕਿਸੇ ਹੋਰ ਸਿੱਖ ਨੂੰ ਕਹਿ ਦਿਓ, ਉਹ ਆਪੇ ਇੱਥੇ ਬਥੇਰੇ ਸਿੱਖ ਹੈ ਪ੍ਰਿਥੀ ਚੰਦ, ਤੁਹਾਨੂੰ ਪੁੱਤਰ ਜਾਣਾ ਚਾਹੀਦਾ, ਤੁਸੀਂ ਵੱਡੇ ਹੋ। ਤੋ ਕਹਿੰਦਾ ਮਹਾਰਾਜ ਤੁਸੀਂ ਤਾਂ ਬੇਪਰਵਾਹੀ ਹੋ, ਤੁਹਾਨੂੰ ਕੀ ਪਤਾ ਵੀ ਇਹ ਗੁਰੂ ਘਰ ਦੇ ਕੰਮ ਕਿਵੇਂ ਚੱਲਦੇ ਆ। ਰੁੱਖਾ ਹੋ ਕੇ ਬੋਲਿਆ, ਮਹਾਰਾਜ ਚੁੱਪ ਕਰ ਗਏ।
ਤੋ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਰਦੇ ਤਾਂ ਪਰਖੀ ਹੈ। ਤੋ ਫਿਰ ਮਹਾਰਾਜ ਨੇ ਸੁਨੇਹਾ ਭੇਜਿਆ ਵੀ ਸਾਡੇ ਦੋਵੇਂ ਜਿਹੜੇ ਛੋਟੇ ਸਾਹਿਬਜ਼ਾਦੇ ਹੈ, ਬਾਬਾ ਮਹਾਦੇਵ ਜੀ ਔਰ ਸ਼੍ਰੀ ਅਰਜਨ ਦੇਵ ਜੀ, ਇਹਨਾਂ ਨੂੰ ਬੁਲਾਓ ਸਾਡੇ ਪਾਸ। ਸਿੱਖਾਂ ਜਾ ਕੇ ਉਹ ਦੱਸਿਆ, ਬੇਨਤੀ ਕੀਤੀ ਕਿ ਮਹਾਰਾਜ ਬੁਲਾਉਂਦੇ ਹੈ। ਬਾਬਾ ਮਹਾਦੇਵ ਜੀ ਸ਼੍ਰੀ ਅਰਜਨ ਦੇਵ ਜੀ ਆਏ ਹੈ ਤੇ ਸਤਿਗੁਰਾਂ ਨੇ ਫਿਰ ਜਿਵੇਂ ਇਹਨਾਂ ਨੂੰ ਆਖਿਆ ਉਹ ਜਥਾ ਅੱਗੇ ਪ੍ਰਸੰਗ ਆਉਂਦਾ ਹੈ। ਨਿਤਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਹੈ, ਸੱਚੇ ਪਾਤਸ਼ਾਹ ਜੀ ਫਿਰ ਜਾਂਦੇ ਹੈ ਲਾਹੌਰ, ਬੜਾ ਸਮਾਂ ਰਹਿ ਕੇ ਆਉਂਦੇ। ਉਹ ਸਾਰੀ ਅੱਗੇ ਕਥਾ ਵਾਰਤਾ ਜਿਵੇਂ ਆਉਂਦੀ ਹੈ ਉਹ ਆਪਾਂ ਨਿਤਾ ਪ੍ਰਤੀ ਜਿਵੇਂ ਸੁਣਦੇ ਹਾਂ, ਚਿੱਤ ਬਿਰਤੀ ਇਕਾਗਰ ਕਰਕੇ ਸ਼ਰਵਣ ਕਰੀਏ। ਗੁਰੂ ਰਾਮਦਾਸ ਮਹਾਰਾਜ ਨੂੰ ਹਿਰਦੇ ਵਿੱਚ ਵਸਾਓ। ਸਭ ਸੰਗਤ ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੋਨ੍ਹਾਂ ਪੁੱਤਰ ਸਮੀਪ ਪਿਤ। ਇਸ ਤਰ੍ਹਾਂ ਜਦੋਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ, ਵਾਹਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਨੇ ਸੁਨੇਹਾ ਭੇਜਿਆ ਵੀ ਸਾਡੇ ਦੂਜੇ ਦੋ ਸਾਹਿਬਜ਼ਾਦਿਆਂ ਨੂੰ ਵੀ ਬੁਲਾਓ। ਦੋਵੇਂ ਪੁੱਤਰ ਮਹਾਰਾਜ ਦੇ ਪਾਸ ਆਏ। ਪ੍ਰਿਥੀ ਚੰਦ ਨੇ ਤਾਂ ਜਵਾਬ ਦੇ ਹੀ ਦਿੱਤਾ ਤੋੜ ਕੇ। ਬਾਬਾ ਮਹਾਦੇਵ ਜੀ ਔਰ ਸ਼੍ਰੀ ਅਰਜਨ ਦੇਵ ਜੀ ਦੋਵੇਂ ਪੁੱਤਰ ਆਣ ਮਹਾਰਾਜ ਦੇ ਪਾਸ ਖੜੇ ਹੋਏ ਐ। ਆਨ ਬੰਦਨਾ ਕੀਨਾ ਗੁਰ ਪਿਤਾ ਦੇ ਚਰਨੀ ਮੱਥਾ ਟੇਕਿਆ ਹੈ। ਸੰਹਾਰੀ ਕੋ ਨਮੋ ਕੀ। ਤੇ ਇਧਰ ਤਾਇਆ ਜਾਣ ਕੇ ਭਾਈ ਸੰਹਾਰੀ ਜੀ ਜਿਹੜੇ ਲਾਹੌਰੋਂ ਆਏ ਐ, ਉਹਨਾਂ ਦੇ ਚਰਨੀ ਵੀ ਮੱਥਾ ਟੇਕਿਆ ਹੈ। ਤਿਨ ਪਿਖ ਆਸ਼ਿਖ ਦੀਨ। ਤੇ ਬਾਬਾ ਸੰਹਾਰੀ ਮਲ ਜੀਆਂ ਨੇ ਵੇਖ ਕੇ ਦੋਵਾਂ ਪੁੱਤਰਾਂ ਨੂੰ ਅਸੀਸ ਦਿੱਤੀ ਹੈ ਵੀ ਲੰਮੀਆਂ ਉਮਰਾਂ ਮਾਣੋ, ਜਿਉਂਦੇ ਰਹੋ, ਸਦਾ ਸੁਖੀ ਰਹੋ। ਇਸ ਤਰ੍ਹਾਂ ਆਸ਼ੀਰਵਾਦ ਅਸੀਸ ਬਖਸ਼ੀ ਹੈ। ਚਾਉ ਪਈ ਮਹਾਦੇਵ ਕੇ ਸੰਗ ਉਚਾਰਾ। ਤੇ ਇਸ ਤਰ੍ਹਾਂ ਫਿਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਵਿਚਕਾਰਲੇ ਸਾਹਿਬਜ਼ਾਦੇ ਬਾਬਾ ਮਹਾਦੇਵ ਜੀਆਂ ਤਾਈਂ ਇਉਂ ਆਖਿਆ ਹੈ। ਜਾਹੋ ਵਿਆਹੋ ਪਿਖ ਭਰਾ ਤੁਮਾਰਾ। ਤੇ ਇਹ ਮਾਂ ਦੇ ਪੁੱਤਰ, ਤੁਹਾਡਾ ਭਰਾ ਦਾ ਵਿਆਹ ਹੈ ਲਾਹੌਰ, ਆ ਤੁਹਾਡੇ ਤਾਇਆ ਜੀ ਆਏ ਆ ਸੱਦਾ ਲੈ ਕੇ, ਇਹਨਾਂ ਦੇ ਨਾਲ ਜਾਓ, ਆਪਣੇ ਭਰਾ ਦਾ ਵਿਵਾਹ ਵੇਖ ਕੇ ਆਓ। ਲਵ ਪਰ ਮਹਿ ਇਸਕੇ ਸੰਗ ਜਾਏ। ਇਥੋਂ ਲਾਹੌਰ ਜਾਓ ਆਪਣੇ ਤਾਏ ਸੰਹਾਰੀ ਮਲ ਦੇ ਨਾਲ। ਮਿਲੋ ਤਹਾਂ ਬੰਧੂ ਸਮੁਦਾਏ। ਤੇ ਬੜੇ ਆਪਣੇ ਕੋਈ ਸੰਬੰਧੀ ਤੁਹਾਡੇ ਚਾਚੇ ਤਾਏ ਇਕੱਠੇ ਹੋਣੇ ਆ ਉੱਥੇ, ਉਹ ਸਾਰਿਆਂ ਨੂੰ ਜਾ ਕਰਕੇ ਮਿਲੋ, ਪ੍ਰੇਮ ਵਧਾਓ ਸਾਰਿਆਂ ਰਿਸ਼ਤੇਦਾਰੀਆਂ ਨਾਲ। ਸੁਣ ਕਰ ਬੋਲੇ ਮਸਤ ਸੁਭਾਉ। ਤੇ ਬੋਲ ਕੇ ਮਸਤ ਸੁਭਾਅ ਦੇ ਮਾਲਕ ਬਾਬਾ ਮਹਾਦੇਵ ਜੀ ਜਿਹੜੇ ਹੈ, ਜਿਨ੍ਹਾਂ ਦੀ ਅਵਸਥਾ ਆਪਦੇ ਆਪ ਵਿੱਚ ਹੀ ਮਸਤ ਰਹਿੰਦੇ ਹੈ, ਤੇ ਪਿਤਾ ਜੀ ਦਾ ਬਚਨ ਸੁਣ ਬੋਲੇ ਹੈ। ਕੋ ਬੰਧੂ ਕਿਸ ਕੋ ਕਿਤ ਜਾਊ। ਕਹਿੰਦੇ ਹੈ ਪਿਤਾ ਜੀ, ਕੌਣ ਸੰਬੰਧੀ ਹੈ ਕਲਯੁਗ ਵਿੱਚ, ਕੌਣ ਕਿਸੇ ਦਾ ਰਿਸ਼ਤੇਦਾਰ ਹੈ ਤੇ ਕਿਹਦਾ ਕੋਈ ਹੈ ਤੇ ਕਿੱਥੇ, ਜਦੋਂ ਹੈ ਹੀ ਕੋਈ ਨਹੀਂ ਫਿਰ ਜਾਈਏ ਕਾਹਤੇ। ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ, ਕੋਈ ਕਿਸੇ ਦਾ ਸੰਬੰਧੀ ਨਹੀਂ ਹੈ, ਤੇ ਫਿਰ ਉੱਥੇ ਜਾ ਕੇ ਕੀ ਕਰਨਾ, ਭਾਵ ਕਿੱਥੇ ਜਾਈਏ ਅਸੀਂ। ਨਹ ਮੇਰੀ ਕਿਸ ਸਾਥ ਚਿਨਾਰੀ। ਤੇ ਕਹਿ ਦਿੱਤਾ ਵੀ ਸਾਡੀ ਨਹੀਂ ਕਿਸੇ ਦੇ ਨਾਲ ਕੋਈ ਮੋਹ ਪ੍ਰੇਮ, ਨਾ ਆਵੇ ਸਾਡੇ ਵਿਆਹ ਤੇ ਅਸੀਂ ਨਾ ਕਰਾਈਏ। ਜਾਂ ਇਸ ਤਰ੍ਹਾਂ ਹੋਰ ਬਚਨ ਕਹਿ ਦਿੱਤੇ ਵੀ ਸਾਡੀ ਨਹੀਂ ਕਿਸੇ ਨਾਲ ਬਾਣ ਆਉਂਦੀ, ਨਾ ਸਾਨੂੰ ਲੋੜ ਹੈ, ਨਾ ਅਸੀਂ ਜਾਈਏ, ਨਾ ਕੋਈ ਸਾਡੇ ਪਾਸ ਆਵੇ, ਇਉਂ ਬੋਲੇ ਐ। ਨਹ ਚਾਹ ਮੈਂ ਕਰਨ ਅਗਾਰੀ। ਤੇ ਨਾ ਹੀ ਮੈਂ ਗਾ ਵਰਤਣਾ ਚਾਹਣਾ ਹੈ। ਬਾਬਾ ਮਹਾਦੇਵ ਜੀ ਕਹਿੰਦੇ ਵੀ ਨਾ ਤਾਂ ਸਾਨੂੰ ਹੁਣ ਕੋਈ ਹੈ ਇਹ ਵੀ ਸਾਡੇ ਕੋਈ ਆਓ ਭਗਤ ਕਰੇ, ਅਸੀਂ ਜਾਈਏ ਆਈਏ, ਤੇ ਅਗਾਂਹ ਵੀ ਮਹਾਰਾਜ ਸਾਡੇ ਮਨ ਵਿੱਚ ਨਹੀਂ ਐਸੀ ਗੱਲਬਾਤ ਵੀ ਅਸੀਂ ਕੋਈ ਲੰਮਾ ਵਰਤੀਏ ਇਹਨਾਂ ਦੇ ਨਾਲ। ਕਿਆ ਸੰਬੰਧਨ ਕੀ ਗਤ ਹੈ। ਬਾਕੀ ਮਹਾਰਾਜ ਸੰਬੰਧੀ ਜਿਹੜੇ ਹੁੰਦੇ ਆ ਰਿਸ਼ਤੇਦਾਰ, ਇਹਨਾਂ ਦੀ ਹਾਲਤ ਕੀ ਹੁੰਦੀ ਹੈ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਵੀ ਸਾਕਾਂ ਦੀ ਲੈਣ ਦੇਣ ਬਸ ਉਹ ਲੈਬੂ ਕੇ ਆ, ਸਾਰੇ ਦਈ ਜਾਓ। ਰਿਸ਼ਤੇਦਾਰ ਹੈ ਨਾ ਦਿਓ ਫਿਰ ਕਿਹੜੇ ਰਿਸ਼ਤੇਦਾਰੀਆਂ, ਕੌਣ ਭਰਾ, ਕੌਣ ਭੈਣ, ਮਾਈ ਬਾਪ। ਤੋ ਇਸ ਤਰ੍ਹਾਂ ਮਹਾਰਾਜ ਕੌਣ ਹੈ ਕਿਸੇ ਦਾ ਇੱਥੇ, ਰਿਸ਼ਤੇਦਾਰਾਂ ਦੇ ਜਾਣ ਨੂੰ ਕਹਿੰਦੇ ਹੋ, ਸੰਬੰਧੀ ਕੋਈ ਨਹੀਂ ਹੈ। ਕੀ ਹਾਲਤ ਇਹਨਾਂ ਦੀ। ਆਪਣੋ ਹਿਤ ਸਭ ਹੇਰਤ ਰਹੈ। ਵੀ ਇਹ ਮਹਾਰਾਜ ਰਿਸ਼ਤੇਦਾਰੀਆਂ ਦਾ ਕੀ ਕਹਿਣਾ
ਪਿਤਾ ਜੀ ਤਾਂ ਆਪਦਾ ਹੀ ਭਲਾ ਵੇਂਦੇ ਆ ਸਾਰੇ, ਬਸ ਸਭ ਆਪੋ ਆਪਣੀ ਹੈ ਲੋਕਾਂ ਨੂੰ। ਦਰਬਹੀਨ ਪਿਖ ਹੋਏ ਨ ਨੇਰੇ। ਤੇ ਜੇ ਤਾਂ ਮਾਇਆ ਹੋਵੇ ਤੇ ਲਾਗੇ ਹੋ ਰਿਸ਼ਤੇਦਾਰ ਵੀ ਬਹਿੰਦੇ ਆ। ਜੇ ਪੈਸਾ ਧੇਲਾ ਕੋਲ ਹੈ ਨਹੀਂ ਤੇ ਇਹ ਸਾਰੇ ਫਿਰ ਦੂਰ ਹੋ ਜਾਂਦੇ ਆ। ਧਨੀ ਪੁਰਸ਼ ਕੇ ਬਨਹਿ ਕਨੇਰੇ। ਤੇ ਇਹ ਜਿਹੜਾ ਕੋਈ ਪੈਸਾ ਜਿਹਦੇ ਪਾਸ ਚਾਰ ਵਾਹਵਾ ਹੈ, ਉਹ ਜੇ ਤਾਂ ਨਾ ਮਾਇਆ ਹੋਵੇ ਤੇ ਫਿਰ ਨਹੀਂ ਲਾਗੇ ਢੁਕਦੇ। ਜੇ ਮਾਇਆ ਹੈ ਤੇ ਧਨੀ ਕੋਈ ਰਿਸ਼ਤੇਦਾਰ ਹੈ ਤੇ ਉਹਦੇ ਪਾਸ ਬਿਨਾਂ ਸੱਦੇ ਹੀ ਪਹੁੰਚ ਜਾਂਦੇ ਆ। ਬੜਾ ਮੋਹ ਵਧਾਉਂਦੇ ਹਨ। ਮੋਹ ਤੇ ਨਹਿ ਤਹਿ ਜਾਇਆ ਜਾਏ। ਤੇ ਇਸ ਕਰਕੇ ਇਹੋ ਜਿਹੀਆਂ ਰਿਸ਼ਤੇਦਾਰੀਆਂ ਸਾਕ ਸੰਬੰਧੀਆਂ ਵਿੱਚ ਪਿਤਾ ਜੀ ਸਾਥੋਂ ਨਹੀਂ ਵਰਤਿਆ ਜਾਂਦਾ। ਅਸੀਂ ਨਹੀਂ ਕਿਸੇ ਨਾਲ ਵਰਤਣਾ ਚਾਹੁੰਦੇ, ਨਾ ਜਾਈਏ ਕਿਤੇ। ਆਵਨ ਜਾਵਨ ਸ਼ਰਮ ਕੋ ਪਾਏ। ਜਦੋਂ ਕੋਈ ਰਿਸ਼ਤੇਦਾਰ ਨਹੀਂ, ਕਿਸੇ ਦਾ ਸਾਕ ਸੰਬੰਧੀ ਨਹੀਂ, ਤੇ ਕਾਹਨੂੰ ਫਿਰ ਐਵੇਂ ਲੱਤਾਂ ਮਾਰਦੇ ਲਾਹੌਰ ਜਾਈਏ, ਉਥੋਂ ਫਿਰ ਮੁੜੇ ਆਈਏ। ਥਕਾਵਟ ਹੋਵੇਗੀ, ਕੋਈ ਲਾਭ ਤਾਂ ਹੈ ਨਹੀਂ ਹੈ। ਏਮ ਕਹਿ ਮਾਨ ਰਹਿਓ ਤਿਸ ਕਾਲ। ਤੇ ਇਸ ਤਰ੍ਹਾਂ ਕਹਿ ਕੇ ਤੇ ਬਾਬਾ ਮਹਾਦੇਵ ਜੀ ਫਿਰ ਨਹੀਂ ਬੋਲੇ, ਫਿਰ ਚੁੱਪ ਹੋ ਗਏ ਹਨ। ਜੁਗਮ ਪੁੱਤਰ ਏ ਮਹੇਰ ਕਿਰਪਾਲ। ਕਿਰਪਾ ਦੇ ਘਰ ਗੁਰੂ ਰਾਮਦਾਸ ਮਹਾਰਾਜ ਜੀਆਂ ਦੋ ਪੁੱਤਰਾਂ ਦੇ ਜਦੋਂ ਜਵਾਬ ਸੁਣ ਲਏ ਐ, ਨਹਿ ਆਗਿਆ ਕੋ ਮਨ ਹੈ ਮੇਰੀ। ਤੇ ਸਤਿਗੁਰੂ ਜਾਣ ਗਏ ਐ ਵੀ ਇਹ ਦੋਹਾਂ ਚੋਂ ਕੋਈ ਵੀ ਸਾਡੀ ਆਗਿਆ ਵਿੱਚ ਨਹੀਂ ਹੈ, ਕੋਈ ਸਾਡੇ ਕਹਿਣੇ ਵਿੱਚ ਨਹੀਂ, ਆਗਿਆ ਨਹੀਂ ਮੰਨਦਾ ਹੈ। ਜਾਣਤ ਆਪਣੀ ਸੁਮਤ ਬਡੇਰੀ। ਤੇ ਇਹ ਦੋਵੇਂ ਜਾਣਦੇ ਆ ਵੀ ਸਾਡੀ ਮਤ ਵੱਡੀ ਹੈ। ਤੋ ਸਾਨੂੰ ਭਾਵ ਵੀ ਉਹ ਗੁਰੂ ਨਾਨਕ ਪਾਤਸ਼ਾਹ ਕਰਕੇ ਨਹੀਂ ਜਾਣਦੇ ਆ, ਪਿਤਾ ਹੀ ਵੇਖਦੇ ਆ ਤੇ ਜਾਣਦੇ ਆ ਵੀ ਸਾਡੀ ਮਤ ਵੱਡੀ, ਅਸੀਂ ਬਹੁਤੇ ਸਿਆਣੇ ਹਾਂ। ਤਬ ਸ਼੍ਰੀ ਅਰਜਨ ਕੀ ਦਿਸ਼ ਦੇਖਾ। ਫਿਰ ਇੱਥੇ ਲਾਗੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਖੜੇ ਹੋਏ ਆ। ਤੋ ਹਜ਼ੂਰ ਦੇ ਵੱਲ ਗੁਰੂ ਰਾਮਦਾਸ ਮਹਾਰਾਜ ਜੀਆਂ ਵੇਖਿਆ ਹੈ। ਜਿਨ ਕੋ ਮ੍ਰਿਦੁਲ ਸੁਸ਼ੀਲ ਵਿਸ਼ੇਖਾ। ਜਿਨ੍ਹਾਂ ਦਾ ਸੁਭਾਅ ਜਿਹੜਾ ਬੜਾ ਕੋਮਲ ਹੈ, ਸੁਸ਼ੀਲ ਸੁਭਾਅ ਦੇ ਮਾਲਕ ਹਨ ਸ਼੍ਰੀ ਅਰਜਨ ਦੇਵ। ਪਿਤ ਕੇ ਸਨਮੁਖ ਪਿਖ ਹੈ ਨ ਸੋਏ। ਤੋ ਇਸ ਤਰ੍ਹਾਂ ਜਦੋਂ ਵੇਖਿਆ ਵੀ ਪ੍ਰਿਥੀ ਚੰਦ ਜੀ ਵੀ ਜਵਾਬ ਦੇ ਗਏ ਹੈ, ਮਹਾਦੇਵ ਵੀ ਜਵਾਬ ਦੇ ਗਏ ਹੈ। ਕੋਮਲ ਸੁਭਾਅ ਦੇ ਮਾਲਕ ਐਸੇ ਹੈ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਕਦੇ ਅੱਖਾਂ 'ਚ ਅੱਖਾਂ ਨਹੀਂ ਸੀ ਪਾਉਂਦੇ। ਧੰਨ ਗੁਰੂ ਅਰਜਨ ਦੇਵ ਜੀ ਸਿਰ ਝੁਕਾ ਕੇ ਰੱਖਦੇ ਸੀ, ਸਿਰ ਨਹੀਂ ਸੀ ਚੁੱਕਿਆ ਕਰਦੇ। ਵੀ ਇੱਕ ਤਾਂ ਹੁੰਦਾ ਨਾ ਗੱਲ ਕਰਦਿਆਂ ਉਹ ਮੂੰਹ ਵੱਲ ਵੇਖਣਾ, ਵੀ ਅਦਬੀ ਸਤਿਕਾਰ ਇੰਨਾ ਕਰਦੇ ਸੀ, ਬੋਲਦੇ ਸੀ ਉਦੋਂ ਵੀ ਸਿਰ ਨੀਵਾਂ, ਸੁਣਦੇ ਸੀ ਉਦੋਂ ਵੀ ਸੀਸ ਝੁਕਾ ਕੇ ਸੁਣਦੇ ਆ, ਮੁੱਖ ਨਹੀਂ ਵੇਖਦੇ ਸੀ, ਸਿਰ ਨਹੀਂ ਚੁੱਕਦੇ ਸਨ। ਪ੍ਰਤ ਉੱਤਰ ਕਹਿਬੋ ਕਿਮ ਹੋਏ। ਤੇ ਫਿਰ ਇਹ ਕਿਵੇਂ ਉਲਟ ਹੋ ਜਾਂਦੇ ਵੀ ਜਿਨ੍ਹਾਂ ਦਾ ਸੁਭਾਅ ਹੈ, ਇਹ ਕਿਉਂ ਨਾ ਗੱਲ ਮੰਨਦੇ ਗੁਰੂ ਰਾਮਦਾਸ ਮਹਾਰਾਜ ਜੀ ਦੀ, ਜਿਨ੍ਹਾਂ ਦਾ ਸੁਭਾਅ ਐਸਾ ਹੈ ਵੀ ਪਿਤਾ ਦੇ ਗੱਲ ਕਰਦਿਆਂ ਕਦੇ ਸਿਰ ਨਹੀਂ ਚੁੱਕਦੇ ਸਨ, ਸੁਣਦਿਆਂ ਗੱਲ ਕਰਦਿਆਂ ਸਿਰ ਨੀਵਾਂ ਕਰਕੇ ਰੱਖਦੇ। ਤੋ ਐਸੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਬਚਨ ਨੂੰ ਕਿਵੇਂ ਉਲਟਾ ਸਕਦੇ ਆ। ਕਰ ਜੋਰੇ ਥਿਰ ਨਿਮਰ ਅਗਾਰੀ। ਤੇ ਜਦੋਂ ਵੇਖਿਆ ਗੁਰੂ ਅਰਜਨ ਦੇਵ ਜੀ ਵੱਲ ਸਤਿਗੁਰੂ ਰਾਮਦਾਸ ਮਹਾਰਾਜ ਜੀਆਂ, ਹੱਥ ਜੋੜ ਲਏ ਦੋਵੇਂ ਸ਼੍ਰੀ ਗੁਰੂ ਅਰਜਨ ਦੇਵ ਜੀਆਂ ਤੇ ਪਿਤਾ ਜੀ ਦੇ ਅੱਗੇ ਖੜੇ ਹੋਏ ਆ। ਸੁਤ ਅਰਜਨ ਬਨ ਆਏ ਸਕਾਰੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਜੀ ਬੋਲੇ ਐ, ਹੇ ਪੁੱਤਰ ਅਰਜਨ ਦੇਵ, ਇਹ ਦੋਵੇਂ ਤਾਂ ਜਵਾਬ ਦੇ ਗਏ ਆ ਤੇ ਤੁਸੀਂ ਹੁਣ ਆਗਿਆਕਾਰੀ ਬਣੋ। ਨਿਤ ਤਾਊ ਕੇ ਨਿਜ ਸਾਤਾਊ ਕੇ ਸੰਗ ਸਿਧਾ ਬਹਾ। ਤੇ ਆਪਣੇ ਤਾਏ ਦੇ ਨਾਲ ਜਾਓ। ਆ ਤੁਹਾਡੇ ਤਾਇਆ ਸੰਘਾਰੀ ਮੱਲ ਜੀ ਆਏ ਐ, ਇਹਨਾਂ ਨਾਲ ਲਾਹੌਰ ਨੂੰ ਜਾਣਾ ਕਰੋ। ਭਰਾਤ ਵਿਆਹੋ ਮਹਿ ਮਿਲ ਹਰ ਖਾਵਹਾ। ਤੇ ਆਪਣੇ ਭਰਾ ਦੇ ਵਿਆਹ ਦੇ ਵਿੱਚ ਮਿਲ ਕੇ ਨਾ ਹਰ ਖਾਓ, ਖੁਸ਼ੀਆਂ ਮਾਣੋ, ਹੱਸੋ ਖੇਡੋ। ਬੰਧਨ ਕੀ ਪੰਕਤ ਮਹਿ ਜਾਏ। ਤੇ ਜਿਹੜੇ ਸੰਬੰਧੀ ਆ, ਰਿਸ਼ਤੇਦਾਰੀ ਆ, ਉਥੇ ਕੋਈ ਰਿਸ਼ਤੇਦਾਰ ਸਾਕ ਸੰਬੰਧੀ ਆਏ ਆ, ਉਹਨਾਂ ਦੀ ਸਭਾ ਵਿੱਚ ਜਾ ਪੁੱਤਰ, ਤੁਸੀਂ ਇੱਥੋਂ ਇਹਨਾਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਦੀ ਸਭਾ ਵਿੱਚ ਜਾਣਾ ਕਰੋ। ਉਤਸਵ ਪਿਖਾ ਹੋਏ ਜਿਸ ਭਾਏ। ਤੇ ਜਾ ਕੇ ਉਤਸਵ ਵੇਖੋ, ਪ੍ਰੋਗਰਾਮ ਜਿਹੜਾ ਹੋ ਰਿਹਾ ਨਾ ਉੱਥੇ ਉਤਸਵ ਉਤਸ਼ਾਹ ਹੋ ਰਿਹਾ, ਉਹ ਵਿਵਾਹ ਦਾ ਜਿਹੜਾ ਵਾ ਉਤਸਵ ਤੁਸੀਂ ਜਾ ਕੇ ਵੇਖੋ ਜਿੱਦਾਂ ਹੋ ਰਿਹਾ ਹੈ। ਏਕ ਮਾਸ ਤਾ ਇਨ ਸੰਗ ਰਹੋ। ਤੇ ਨਾਲ ਸਾਡੀ ਇਹ ਵੀ ਆਗਿਆ ਵੀ 1 ਮਹੀਨਾ ਨਹੀਂ ਤੁਸੀਂ ਆਉਣਾ,
1 ਮਹੀਨਾ ਤੁਸੀਂ ਇਹਨਾਂ ਦੇ ਨਾਲ ਹੀ ਰਹਿਣਾ ਹੈ। ਪੁਨ ਧਰਮਸਾਲ ਆਪਣੀ ਬਹੋ। ਤੇ ਉਸ ਤੋਂ ਬਾਅਦ ਫਿਰ ਜਿਹੜਾ ਆਪਣਾ ਘਰ ਹੈ, ਜਿੱਥੇ ਧਰਮਸ਼ਾਲਾ ਬਣੀ ਹੋਈ ਹੈ, ਉੱਥੇ ਪਹੁੰਚ ਜਾਣਾ, ਆਪਣੀ ਧਰਮਸ਼ਾਲਾ ਵਿੱਚ ਰਹਿ ਲੈਣਾ। ਸਭ ਵਿਵਹਾਰ ਬਿਲੋਕ ਚਲਾ ਬਹਾ। ਤੇ ਚਲਾਓ ਉੱਥੇ ਜਾ ਕੇ, ਜਿਹੜੀ ਹੈ ਲਾਹੌਰ ਵਿੱਚ ਚੂਨਾ ਮੰਡੀ ਜਿੱਥੇ ਆਪਣਾ ਘਰ ਹੈ ਪੁੱਤਰ, ਉੱਥੇ ਜਿਹੜੀ ਧਰਮਸ਼ਾਲਾ ਬਣੀ ਹੋਈ ਹੈ, ਸਿੱਖ ਇਕੱਠੇ ਹੁੰਦੇ ਆ, ਉੱਥੇ ਕੀ ਪ੍ਰਬੰਧ ਚੱਲਦਾ, ਕਿਵੇਂ ਪ੍ਰਚਾਰ ਹੁੰਦਾ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦਾ, ਉਹ ਸਾਰਾ ਹੀ ਤੁਸੀਂ ਜਿਹੜਾ ਕਾਰ ਵਿਹਾਰ ਵੇਖੋ ਤੇ ਅੱਗੇ ਹੋਰ ਚਲਾ ਲਵੋ। ਸਭ ਸੰਗਤ ਸਤਨਾਮ ਜਪਾ ਤੇ ਬਹਾ। ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਵਾਹਿਗੁਰੂ ਦਾ ਸੱਚਾ ਨਾਮ ਜਪਾਉਣਾ ਕਰੋ। ਜਬ ਹਮ ਤੁਮ ਕਹ ਬੋਲ ਪਠਾਵਹਿ। ਤੇ ਆਉਣਾ ਉਦੋਂ ਹੈ ਜਦੋਂ ਅਸੀਂ ਤੁਹਾਨੂੰ ਸੱਦਾ ਭੇਜਾਂਗੇ। ਲਿਖਹਿ ਪਤ੍ਰਿਕਾ ਪ੍ਰੇਮ ਬੜਾਵਹਿ। ਤੇ ਪ੍ਰੇਮ ਵਧਾਉਣ ਵਾਸਤੇ ਜਦੋਂ ਅਸੀਂ ਪੱਤਰਕਾ ਲਿਖਾਂਗੇ ਨਾ, ਜਾਂ ਜਦੋਂ ਪ੍ਰੇਮ ਸਾਡਾ ਵਧੇਗਾ ਤੁਹਾਨੂੰ ਵੇਖਣ ਦਾ, ਉਦੋਂ ਅਸੀਂ ਪੱਤਰੀ ਕਹੀਏ ਚਿੱਠੀ ਤੁਹਾਨੂੰ ਲਿਖਾਂਗੇ। ਤਬ ਹਮਰੀ ਦਿਸ਼ ਆਵਨ ਕਰੋ। ਤੇ ਜਦੋਂ ਚਿੱਠੀ ਮਿਲੇਗੀ ਉਦੋਂ ਹੀ ਸਾਡੇ ਪਾਸ ਤੁਸਾਣੇ ਵਾਪਸ ਇੱਥੇ ਗੋਇੰਦਵਾਲ ਆਉਣਾ ਹੈ। ਨਾਹਿ ਤਤਾਵਦ ਤਿਸ ਪੁਰ ਥਿਰੋ। ਤੇ ਨਹੀਂ ਤਾਂ ਉਹਨਾਂ ਸਮਾਂ ਉੱਥੇ ਲਾਹੌਰ ਹੀ ਟਿਕੇ ਰਹਿਣਾ। ਪਹਿਲਾਂ ਵਿਵਾਹ ਵੇਖੋ, ਫਿਰ ਉੱਥੇ ਧਰਮਸ਼ਾਲਾ ਵਿੱਚ ਪ੍ਰਬੰਧ ਚਲਾਓ। ਜਿੰਨਾ ਸਮਾਂ ਅਸੀਂ ਤੁਹਾਨੂੰ ਚਿੱਠੀ ਲਿਖ ਕੇ ਬੁਲਾਉਂਦੇ ਨਹੀਂ, ਉਹਨਾਂ ਸਮਾਂ ਤੁਸੀਂ ਵਾਪਸ ਨਹੀਂ ਆਉਣਾ ਹੈ। ਪਿਤ ਗੁਰੂ ਤੇ ਸੁਨ ਕਰ ਮਾਨੇ। ਤੋ ਗੁਰ ਪਿਤਾ ਗੁਰੂ ਰਾਮਦਾਸ ਮਹਾਰਾਜ ਤੋਂ ਬਚਨ ਸੁਣੇ, ਸੀਸ ਝੁਕਾਇਆ ਸਤਿਗੁਰੂ ਅਰਜਨ ਦੇਵ ਜੀਆਂ। ਹਾਥ ਜੋੜ ਕਰ ਬਾਕ ਬਖਾਨੇ। ਤੇ ਫਿਰ ਬੇਨਤੀ ਕੀਤੀ ਹੈ ਹੱਥ ਜੋੜ ਕਰਕੇ, ਇਹੋ ਤੋ ਸੁਗਮ ਕਾਜ ਮੋਹਿ ਮੋਹੇ। ਹਾਏ ਗੁਰੂ ਗਰੀਬ ਨਵਾਜ ਮਹਾਰਾਜ, ਤਾਂ ਬੜਾ ਛੋਟਾ ਕੰਮ ਤੁਸਾਂ ਨੇ ਆਖਿਆ ਹੈ, ਬਹੁਤ ਸੁਖਾਲਾ ਹੀ ਮੇਰੇ ਵਾਸਤੇ ਕਾਰਜ ਜਿਹੜਾ ਤੁਸੀਂ ਕਹਿ ਰਹੇ ਹੋ। ਪਠਾ ਆਪ ਜਹ ਆਨੰਦ ਹੋਏ। ਤੇ ਤੁਸੀਂ ਤਾਂ ਸਾਨੂੰ ਵਿਆਹ 'ਚ ਭੇਜ ਰਹੇ ਹੋ ਨਾ, ਜਿੱਥੇ ਬੜਾ ਆਨੰਦ ਖੁਸ਼ੀਆਂ ਹੁੰਦੀਆਂ, ਸਾਨੂੰ ਤਾਂ ਖੁਸ਼ੀਆਂ ਵਾਲੀ ਜਗ੍ਹਾ ਤੁਸੀਂ ਭੇਜ ਰਹੇ ਹੋ। ਜਹ ਜਾਵਨ ਮਹ ਜੀਵਨ ਸੰਸੈ। ਤੇ ਮਹਾਰਾਜ, ਜਿੱਥੇ ਜਾਣ ਵਿੱਚ ਜਿਉਣ ਦਾ ਵੀ ਸੰਸਾ ਹੋਵੇ, ਭਾਵ ਜਿੱਥੇ ਜਿਉਣਾ ਵੀ ਔਖਾ ਹੁੰਦਾ ਹੋਵੇ, ਕੋਈ ਇਹੋ ਜਿਹੀ ਥਾਂ ਹੋਵੇ ਜਿੱਥੇ ਜਿਉਣਾ ਔਖਾ ਹੋਵੇ, ਜਿਉਇਆ ਨਾ ਜਾਂਦਾ ਹੋਵੇ। ਤਹ ਆਏ ਸਮਝਦੇ ਹੋ ਨਿਸੰਸੈ। ਤੇ ਜੇ ਤੁਸੀਂ ਮੈਨੂੰ ਆਗਿਆ ਦਿਓ ਨਾ ਵੀਰ ਅਰਜੁਨ ਦੇਵ, ਇਹੋ ਜਿਹੀ ਥਾਂ ਚਲੇ ਜਾਓ ਜਿੱਥੇ ਬਚਣਾ ਮੁਸ਼ਕਲ ਹੈ। ਕੋਈ ਅੱਗ ਕਹੋ, ਸਮੁੰਦਰ ਕਹੋ, ਇਹੋ ਜਿਹੀ ਥਾਂ ਵੀ ਮਹਾਰਾਜ ਅੱਗ ਵਿੱਚ ਵੀ ਭੇਜੋ, ਕਿਤੇ ਸਮੁੰਦਰ ਵਿੱਚ ਵੀ ਭੇਜ ਦਿਓ, ਜਿੱਥੇ ਜਿਉਣਾ ਮੁਸ਼ਕਲ ਹੈ। ਸੱਚੇ ਪਾਤਸ਼ਾਹ ਜੀ, ਉਹਦੇ ਵਿੱਚ ਵੀ ਨਹੀਂ ਕਰਾਂਗੇ। ਦੇਰ ਨਾ ਕਰੋ ਪਿਤਾ ਜੀ ਉਹਾਂ। ਤੇ ਮਹਾਰਾਜ ਉੱਥੇ ਜਾਣ ਲੱਗਿਆ ਅਸੀਂ ਦੇਰ ਨਾ ਕਰਾਂਗੇ। ਇਹ ਤਾਂ ਮਹਾਰਾਜ ਤੁਸੀਂ ਸਾਨੂੰ ਵਿਆਹ ਤੇ ਭੇਜ ਰਹੇ ਹੋ ਨਾ, ਜਿੱਥੇ ਬੜੇ ਆਨੰਦ ਹੈ, ਖੁਸ਼ੀਆਂ ਹੈ। ਇੱਥੇ ਤਾਂ ਮਹਾਰਾਜ ਇਹ ਤਾਂ ਬੜਾ ਸੌਖਾ ਕਾਰਜ ਤੁਸੀਂ ਸਾਨੂੰ ਲਾਈ ਹੈ, ਸੌਖੀ ਸੇਵਾ। ਤੁਹਾਡਾ ਤਾਂ ਹੁਕਮ ਮਹਾਰਾਜ ਸਿਰ ਮੱਥੇ। ਪਿਤਾ ਜੀ, ਜੇ ਤੁਸੀਂ ਸਾਨੂੰ ਕਿਤੇ ਇਹੋ ਜਿਹੀ ਥਾਂ ਭੇਜੋ ਜਿੱਥੇ ਜਾਂਦੇ ਹੀ ਮੌਤ ਹੋ ਜਾਵੇ, ਕਹਿ ਲੋ ਮੌਤ ਦੇ ਮੂੰਹ ਵਿੱਚ ਵੀ ਭੇਜੋ ਮਹਾਰਾਜ, ਅਸੀਂ ਦੇਰੀ ਨਾ ਲਾਈਏ, ਹੁਕਮ ਮੰਨਦੇ ਆਂ। ਪ੍ਰਾਣ ਦਿਓ ਮੈਂ ਤੂਰਨ ਤਹਾਂ। ਤੇ ਮਹਾਰਾਜ ਉੱਥੇ ਪਹੁੰਚ ਕੇ ਅਸੀਂ ਤੁਰੰਤ ਪ੍ਰਾਣ ਜਿਹੜੇ ਆਪਦੇ ਤਿਆਗ ਦੇਵਾਂਗੇ। ਕਹਿ ਸ਼੍ਰੀ ਅਰਜਨ ਸਰਲ ਸੁਭਾਉ। ਤੋ ਇਹੋ ਜਿਹੇ ਸਰਲ ਸੁਧੇ ਸੁਭਾਅ ਦੇ ਮਾਲਕ ਹੈ ਸ਼੍ਰੀ ਅਰਜੁਨ ਦੇਵ ਜੀ, ਬਿਲਕੁਲ ਵਲਛਲ ਨਹੀਂ ਹੈ ਹਿਰਦੇ ਵਿੱਚ। ਤੋ ਸਿੱਧੇ ਸੁਭਾਅ ਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਫਿਰ ਇਸ ਤਰ੍ਹਾਂ ਮਹਾਰਾਜ ਨੂੰ ਕਹਿੰਦੇ ਆ, ਭਏ ਤਿਆਰ ਚੱਲੇ ਬੇਸੰਗ ਤਾਊ। ਪਿਤਾ ਜੀ ਦਾ ਹੁਕਮ ਮੰਨ ਕੇ ਆਪਣੇ ਤਾਇਆ ਜੀ ਦੇ ਨਾਲ ਜਾਣ ਵਾਸਤੇ ਤਿਆਰ ਹੋ ਗਏ ਆ। ਜਨਨੀ ਭਾਨੀ ਟਿਕ ਤਬ ਗਏ। ਤੇ ਜਾਂਦਿਆਂ ਹੋਇਆਂ ਆਪਣੇ ਮਾਤਾ ਭਾਨੀ ਜੀਆਂ ਨੂੰ ਮਿਲੇ ਆ। ਚੱਲਣ ਬਿਰਤਾਂਤ ਸਗਲ ਕਹਿ ਦਏ। ਸਾਰਾ ਚੱਲਣ ਦਾ ਬਿਰਤਾਂਤ ਆਖਿਆ ਵੀ ਅਸੀਂ ਇਹ ਮਾਤਾ, ਪਿਤਾ ਜੀ ਨੇ ਸਾਨੂੰ ਭੇਜਿਆ ਲਾਹੌਰ ਨੂੰ, ਅਸੀਂ ਉਸ ਪਾਸੇ ਜਾ ਰਹੇ ਹਾਂ। ਕਰਿਓ ਸਨੇਹ ਅੰਕ ਬੈਠਾਰੇ। ਤੋ ਮਾਤਾ ਜੀਆਂ ਨੇ ਉਹ ਜਿਵੇਂ ਪਾਸ ਬਿਠਾ ਕਰਕੇ ਤੇ ਜਿਹੜਾ ਵਾ ਉਹ ਗੋਦੀ ਵਿੱਚ ਸੀਸ ਰੱਖਿਆ ਤੇ ਆਪਣੇ ਪੁੱਤਰ ਨੂੰ ਬਹੁਤ ਪ੍ਰੇਮ ਕੀਤਾ ਹੈ। ਮਸਤਕ ਸੂੰਘਤ ਭਾਗ ਉਦਾਰੇ। ਮੱਥਾ ਚੁੰਮਿਆ ਵੈ, ਵੱਡੇ ਭਾਗਾਂ ਵਾਲੇ ਐ। ਸੁਨਹਾ ਪੁੱਤਰ ਪਿਤ ਆਇਸ ਕਰੋ। ਤੇ ਫਿਰ ਮਾਤਾ ਭਾਨੀ ਜੀ ਕਹਿੰਦੇ ਆ, ਹੇ ਪੁੱਤਰ ਸੁਣੋ, ਜਿਵੇਂ ਵੀ ਤੁਹਾਡੇ ਪਿਤਾ ਸ਼੍ਰੀ ਰਾਮਦਾਸ ਜੀ ਤੁਹਾਨੂੰ ਕੋਈ ਕੰਮ ਕਹਿੰਦੇ ਆ, ਕੋਈ ਹੁਕਮ ਕਰਦੇ ਆ, ਇਸ ਮਹਿ ਨਿਜ ਹਿਤ ਨਿਤ ਅਨਸੁਰੋ। ਤੇ ਉਹਦੇ ਵਿੱਚ ਆਪਦਾ ਭਲਾ ਜਾਣਨਾ, ਕਦੇ ਜਵਾਬ ਨਹੀਂ ਦੇਣਾ। ਜਿਵੇਂ ਵੀ ਤੁਹਾਡੇ ਪਿਤਾ ਜੀ ਆਖਣਗੇ ਨਾ, ਉਸੇ ਤਰ੍ਹਾਂ ਤੁਸਾਂ ਨੇ ਕਰਨਾ ਹੈ, ਉਸੇ 'ਚ ਹੀ ਵਰਤਣਾ, ਉਸੇ 'ਚ ਹੀ ਤੁਹਾਡਾ ਭਲਾ ਹੈ,
ਉਸ ਸਤਿਗੁਰੂ ਰਾਮਦਾਸ ਪਿਤਾ ਜੀਆਂ ਦੇ ਆਪਣੇ ਪਿਤਾ ਜੀਆਂ ਦੇ ਹੁਕਮ ਅਨੁਸਾਰ ਹੀ ਵਿਚਰਨਾ ਹੈ। ਨਾਹਿ ਤੋ ਗੁਰਤਾ ਕਰਤੇ ਜਾਵਹਿ। ਨਹੀਂ ਤਾਂ ਪੁੱਤਰ ਜਿਹੜਾ ਵਰਦਾਨ ਤੁਹਾਡੇ ਨਾਨਾ ਜੀ ਪਾਸੋਂ ਮਿਲਿਆ ਹੋਇਆ ਵੈ ਵੀ ਇਹ ਸੋਢੀਆਂ 'ਚ ਹੀ ਗੁਰਤਾ ਰਹੇਗੀ, ਤੋ ਸੋਢੀ ਤਾਂ ਹੋਰ ਵੀ ਬਹੁਤ ਨੇ ਫਿਰ, ਤੇ ਨਹੀਂ ਤਾਂ ਪੁੱਤਰ ਜੀ ਇਹ ਨਾ ਹੋਵੇ ਗੁਰਿਆਈ ਜਿਹੜੀ ਵੇ ਆਪਣੇ ਘਰ ਤੋਂ ਹੋਰ ਪਾਸੇ ਚਲੀ ਜਾਵੇ। ਸੇਵਾ ਕਰਹਿ ਦਾਸ ਕੋ ਵੀ ਪਾਵਹਿ। ਕੋਈ ਇੱਥੇ ਸਿੱਖ ਗੁਰੂ ਰਾਮਦਾਸ ਦੀ ਸੇਵਾ ਕਰਕੇ ਤੁਹਾਡੇ ਪਿਤਾ ਜੀਆਂ ਦੀ ਤੇ ਗੁਰਤਾ ਸਿੰਘਾਸਣ ਪ੍ਰਾਪਤ ਕਰ ਲਵੇ। ਪ੍ਰਿਥੀਏ ਕੋ ਸੁਭਾਉ ਅਹੰਕਾਰੀ। ਬਾਕੀ ਪੁੱਤਰ ਜਿਹੜਾ ਪਿਰਥੀ ਚੰਦ ਹੈ ਵੱਡਾ ਪੁੱਤਰ, ਇਹਦਾ ਸੁਭਾਅ ਬਹੁਤ ਹੰਕਾਰੀ ਹੈ, ਅਸੀਂ ਵੀ ਜਾਣਦੇ ਹਾਂ। ਨਹੀਂ ਰਹਿਤ ਪਿਤ ਕੇ ਅਨੁਸਾਰੀ। ਤੇ ਹੰਕਾਰ ਦਾ ਮਾਰਿਆ ਪਿਰਥੀ ਚੰਦ ਆਪਣੇ ਪਿਤਾ ਜੀ ਦੇ ਅਨੁਸਾਰ ਨਹੀਂ ਰਹਿੰਦਾ, ਅੱਗੇ ਹੋ ਕੇ ਸੇਵਾ ਨਹੀਂ ਕਮਾਉਂਦਾ, ਹੁਕਮ ਨਹੀਂ ਮੰਨਦਾ ਹੈ। ਮਹਾਦੇਵ ਕੋ ਮਸਤ ਸੁਭਾਉ। ਤੇ ਬਾਕੀ ਉਸ ਤੋਂ ਛੋਟੇ ਮਹਾਦੇਵ ਦਾ ਕੀ ਕਹੀਏ ਪੁੱਤਰ ਜੀ, ਉਹਦਾ ਸੁਭਾਅ ਹੀ ਮਸਤਾਨਾ ਹੈ, ਮਸਤ ਸੁਭਾਅ, ਮਰਜ਼ੀ ਦੇ ਮਾਲਕ ਹਨ। ਹਾਨ ਲਾਭ ਕੋ ਲਖੈ ਨ ਤੇ ਕਾਉ। ਉਹਨਾਂ ਦੀ ਹਾਲਤ ਐਸੀ ਵਾ, ਉਹ ਅਵਸਥਾ ਹੀ ਉਹਨਾਂ ਦੀ ਐਸੀ ਬਣ ਚੁੱਕੀ, ਉਹਨਾਂ ਨੂੰ ਕੋਈ ਹਾਨ ਲਾਭ ਨਹੀਂ ਹੈ, ਕੋਈ ਫਾਇਦਾ ਨੁਕਸਾਨ ਕੀ ਹੁੰਦਾ ਹੈ ਕੁਝ ਨਹੀਂ ਜਾਣਦੇ ਐ। ਇਕ ਤੇਰੇ ਪਰਮੋਹਿ ਭਰੋਸਾ। ਇਹ ਪੁੱਤਰ ਜੀ, ਹੇ ਅਰਜੁਨ ਦੇ ਪੁੱਤ, ਸਾਨੂੰ ਤੁਹਾਡੇ ਤੇ ਇਕੱਲਿਆਂ ਤੇ ਭਰੋਸਾ ਹੈ। ਗੁਰਤਾਂ ਲੈ ਗੁਣ ਜੁਗਤ ਅਦੋਸਾ। ਤੇ ਜਿਹੜੇ ਗੁਰਿਆਈ ਪ੍ਰਾਪਤ ਕਰਨ ਵਾਸਤੇ ਗੁਣ ਹੁੰਦੇ ਨਾ, ਅਦੋਸ਼ ਜਾਂ ਅਦੋਸ਼ ਜਿਹੜਾ ਸਿੰਘਾਸਣ ਤਖਤ ਹੈ, ਉਹਨੂੰ ਪ੍ਰਾਪਤ ਕਰਨ ਦੇ ਸਾਰੇ ਗੁਣ ਪੁੱਤਰ ਤੁਹਾਡੇ ਵਿੱਚ ਹਨ। ਤੇ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ, ਬਹੁਤ ਸਾਨੂੰ ਆਸਾ ਹਨ। ਹੇ ਸੁਤ ਸ਼੍ਰੀ ਨਾਨਕ ਜੀ ਆਦ। ਸੁਣੋ ਪੁੱਤਰ, ਜਿਹੜੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਹੋਏ ਪਹਿਲੇ ਪਾਤਸ਼ਾਹ, ਦਈ ਦਾਸ ਕਹ ਕੀਓ ਅਹਲਾਦ। ਤੇ ਇਹ ਸੁੰਦਰ ਸਿੰਘਾਸਣ ਜਿਹੜਾ ਵਾ ਨਾ, ਇਹ ਭਾਈ ਲਹਿਣਾ ਜੀ ਨੂੰ ਦੇ ਦਿੱਤਾ ਸੀ। ਉਹਨਾਂ ਨੇ ਆਪਣੇ ਦਾਸ ਸੇਵਕ ਨੂੰ ਇਹ ਗੁਰਿਆਈ ਬਖਸ਼ਿਸ਼ ਕਰਕੇ ਅਹਿਲਾਦ ਕਈ ਆਨੰਦ ਬਖਸ਼ਿਆ ਸੀ। ਤਿਮ ਸ਼੍ਰੀ ਅੰਗਦ ਅਰਪਿਤ ਮੇਰੇ। ਤੇ ਉਹਨਾਂ ਤੋਂ ਫਿਰ ਜਿਵੇਂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਤੋਂ ਸਾਡੇ ਪਿਤਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵਰਸਾਏ ਗਏ ਹੈ। ਦੇਤ ਭਏ ਪਿਖ ਸੇਵਕ ਨੇਰੇ। ਤੇ ਬਹੁਤੀ ਸੇਵਾ ਵੇਖੀ ਸੀ ਸਾਡੇ ਪਿਤਾ ਜੀ, 12 ਵਰੇ ਲਗਾਤਾਰ ਗਾਗਰ ਢੋਈ ਆ, ਬਿਆਸ ਦਰਿਆ ਤੋਂ ਲਜਾ ਮਹਾਰਾਜ ਦਾ ਇਸ਼ਨਾਨ ਕਰਵਾਇਆ ਖਡੂਰ ਸਾਹਿਬ ਵਿਖੇ। ਤੋ ਇਹ ਪੁੱਤਰੋ, ਸਾਰੀ ਸੇਵਾ ਵੇਖ ਕੇ ਫਿਰ ਬੜੇ ਤਰੁੱਠੇ ਸੀ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਤੇ ਗੁਰਿਆਈ ਦਾ ਤਖਤ ਜਿਹੜਾ ਵੈ ਸੇਵਾ ਵੇਖ ਕੇ ਦੇ ਦਿੱਤਾ ਸੀ ਸਾਡੇ ਪਿਤਾ ਤਾਈ। ਤਿਨ ਕੇ ਸਮਤ ਮਕਾਲ ਹਕਾਲ। ਤੇ ਆਪਣੇ ਨਾਨੇ ਦੇ ਸਮਾਨ ਪੁੱਤਰ ਜੀ ਤੁਸੀਂ ਘਾਲਣਾ ਘਾਲੋ, ਇੰਨੀ ਸੇਵਾ ਆਪਣੇ ਪਿਤਾ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਰੋ ਜਿਹੋ ਜੀ ਸਾਡੇ ਪਿਤਾ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਜਿਹੜੀ ਸੇਵਾ ਕੀਤੀ ਸੀ ਗੁਰੂ ਅੰਗਦ ਦੇਵ ਮਹਾਰਾਜ ਦੀ। ਇਸ ਤਰ੍ਹਾਂ ਮਹਾਨ ਸੇਵਾ ਜਿਹੜੀ ਘਾਲਣਾ ਘਾਲ ਲਵੋ। ਆਇਸ ਅਨੁਸਾਰੀ ਸਭ ਕਾਲ। ਤੋ ਇਸੇ ਤਰ੍ਹਾਂ ਫਿਰ ਆਗਿਆ ਚ ਰਹੋ ਉਹਨਾਂ ਦੇ ਸਦਾ ਹੀ, ਹੁਣ ਨਹੀਂ ਸਦਾ ਹੀ ਉਹਨਾਂ ਦੀ ਆਗਿਆ ਵਿੱਚ ਵਰਤਣਾ ਕਰੋ। ਨਹੀਂ ਗੁਰਨ ਕੈ ਮੋਹ ਕਦਾਈ। ਤੇ ਕਦੇ ਵੀ ਸਤਿਗੁਰੂ ਰਾਮਦਾਸ ਮਹਾਰਾਜ ਆਪਣੇ ਪਿਤਾ ਦੇ ਜਿਹੜੇ ਵੈ ਅੱਗੋਂ ਜਵਾਬ ਨਾ ਦਿਓ, ਜਿਵੇਂ ਆਖਦੇ ਵੈ ਉਸੇ ਤਰ੍ਹਾਂ ਹੀ ਤੁਸੀਂ ਕਾਰ ਕਰੋ, ਸੇਵਾ ਕਰੋ। ਰੀਝਹਿ ਸੇਵਕ ਦੇ ਵਡਿਆਈ। ਕਿਉਂਕਿ ਤੁਹਾਡੇ ਪਿਤਾ ਜਾਂ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਦਰ ਘਰ ਹੈ, ਉਹ ਤਾਂ ਪੁੱਤਰ ਜੀ ਖੁਸ਼ ਹੁੰਦਾ ਸੇਵਾ ਤੋਂ, ਸੇਵਕ ਦੀ ਸੇਵਾ ਵੇਖ ਕੇ ਵਡਿਆਈ ਮਿਲਦੀ ਹੈ। ਇਸ ਚਿੰਤਾ ਮਹਿ ਚਿਤ ਨਿਤ ਮੇਰੋ। ਬਾਕੀ ਸਾਡਾ ਮਨ ਜਿਹੜਾ ਇਸੇ ਚਿੰਤਾ ਵਿੱਚ ਸਦਾ ਰਹਿੰਦਾ ਹੈ। ਤੋ ਪਰ ਏਕ ਭਰੋਸਾ ਹੈਰੋ। ਵੀ ਪਿਰਥੀ ਚੰਦ ਵੀ ਖੋਟਾ ਹੈ, ਮਹਾਦੇਵ ਨੂੰ ਸੁੱਧ ਨਹੀਂ ਹੈ, ਕੋਈ ਹਾਨ ਲਾਭ ਨਹੀਂ। ਪੁੱਤਰ ਜੀ, ਸਾਨੂੰ ਸਦਾ ਹੀ ਇਉਂ ਜਿਹੜਾ ਸੰਸਾਰ ਰਹਿੰਦਾ ਚਿਤਵਨੀ ਰਹਿੰਦੀ ਹੈ, ਤੇ ਇੱਕੋ ਇੱਕ ਤੁਹਾਡੇ ਤੇ ਸਾਨੂੰ ਅਥਾਹ ਭਰੋਸਾ ਹੈ। ਰਹੀ ਸੋ ਪ੍ਰਿਥੀਏ ਕੋ ਸਮਝਾਏ। ਕਿਉਂਕਿ ਅਸੀਂ ਪਹਿਲਾਂ ਪਿਰਥੀ ਚੰਦ ਨੂੰ ਬਹੁਤ ਸਮਝਾ ਹਟੇ ਆਂ ਵੀ ਤੁਸੀਂ ਵੱਡੇ ਪੁੱਤਰ ਹੋ, ਮਹਾਰਾਜ ਦਾ ਸਤਿਕਾਰ ਕਰੋ, ਬਚਨ ਮੰਨਿਆ ਕਰੋ। ਤੋ ਅਸੀਂ ਬਹੁਤ ਵਾਰੀ ਪਿਰਥੀ ਚੰਦ ਨੂੰ ਵੀ ਸਮਝਾਇਆ ਹੈ, ਨਹਿ ਮਨ ਨਹਿ ਅਹੰਕਾਰ ਕਰਾਏ। ਪਰ ਬਹੁਤਾ ਹੰਕਾਰੀ ਹੋਣ ਕਰਕੇ ਉਹਨੂੰ ਲੱਗਦੀ ਕੋਈ ਨਹੀਂ। ਇੱਕ ਵੀ ਗੱਲ ਨਾ ਸਾਡੀ ਮੰਨਦਾ ਹੈ, ਨਾ ਆਪਣੇ ਗੁਰਪਿਤਾ ਦੀ ਮੰਨਦਾ ਹੈ। ਹਾਥਨ ਕੋ ਮੀਟਤ ਰਹਿ ਜਾਏ ਹੈ। ਪਰ ਵੇਖੀ ਪੁੱਤਰ ਅਰਜੁਨ ਦੇਵ ਜੀ, ਇੱਕ ਦਿਨ ਇਹ ਪਿਰਥੀ ਚੰਦ ਨੇ ਹਾਥੀ ਮਲਦੇ ਰਹਿ ਜਾਣਾ ਹੈ। ਹੰਕਾਰ ਦਾ ਮਾਰਿਆ ਹੁਣ ਨਹੀਂ ਨਾ ਸੇਵਾ ਕਰਦਾ, ਆਪਦੇ ਆਪ ਨੂੰ ਸਭ ਤੋਂ ਸਿਆਣਾ ਚੌਧਰੀ ਜਾਣਦਾ ਹੈ,
ਪਰ ਇੱਕ ਨਾ ਇੱਕ ਦਿਨ ਸਮਾਂ ਆਵੇਗਾ ਪਿਰਥੀ ਚੰਦ ਹੱਥ ਮਲਦਾ ਰਹਿ ਜਾਵੇ, ਪੱਲੇ ਕੱਖ ਨਹੀਂ ਰਹਿਣਾ ਹੈ। ਗੁਰਤਾ ਅਪਰ ਸੇਵ ਕਰ ਲੈ ਤੇ ਹੈ। ਹੋਰ ਕਿਸੇ ਨੇ ਸੇਵਾ ਕਰਕੇ ਗੁਰਿਆਈ ਦਾ ਤਖਤ ਲੈ ਜਾਣਾ ਹੈ। ਮੈਂ ਤੁਮ ਆਸ਼ਿਖ ਕਰਬ ਤੇ ਉਚਾਰੀ। ਇਸ ਕਰਕੇ ਤੁਹਾਨੂੰ ਵਿਸ਼ੇਸ਼ ਕਰਕੇ ਅਸੀਂ ਇਹ ਜਿਹੜੀ ਹੈ ਅਸੀਸ ਤੁਹਾਨੂੰ ਉਚਾਰਦੇ ਆਂ, ਆਖਦੇ ਹਾਂ ਰਹੋ ਸਦਾ ਪਿਤ ਕੇ ਅਨੁਸਾਰੀ। ਕਿ ਸਦਾ ਹੀ ਆਪਣੇ ਪਿਤਾ ਗੁਰੂ ਰਾਮਦਾਸ ਮਹਾਰਾਜ ਦੇ ਅਨੁਸਾਰ ਰਹੋ, ਆਪਣੇ ਪਿਤਾ ਦੀ ਆਗਿਆ ਵਿੱਚ ਵਰਤਣਾ ਕਰੋ। ਏਮ ਸਮਝਾਏ ਨੈਣ ਜਲ ਤੇ ਭਰੇ। ਇਸ ਤਰ੍ਹਾਂ ਕਹਿੰਦੇ ਹੋਏ ਮਾਤਾ ਭਾਨੀ ਜੀਆਂ ਨੇ ਨੇਤਰਾਂ ਵਿੱਚ ਜਲ ਭਰ ਲਿਆ ਹੈ। ਜਾਹੋ ਪੁੱਤਰ ਆਇਸ ਅਸ ਕਰੇ। ਤੇ ਇਹ ਪੁੱਤਰ ਜਾਓ, ਜਿਵੇਂ ਤੁਹਾਡੇ ਪਿਤਾ ਜੀਆਂ ਆਗਿਆ ਕੀਤੀ ਆ ਨਾ, ਜਾਓ ਤੁਸੀਂ ਲਾਹੌਰ ਜਾਓ ਆਪਣੇ ਤਾਇਆ ਜੀ ਦੇ ਨਾਲ, ਜਿਵੇਂ ਤੁਹਾਡੇ ਪਿਤਾ ਜੀ ਆਖਦੇ ਆ। ਇਸ ਤਰ੍ਹਾਂ ਦੀ ਆਗਿਆ ਮਾਤਾ ਭਾਨੀ ਜੀਆਂ ਵੀ ਕਹਿ ਦਿੱਤੀ ਹੈ। ਸਾਦਰ ਸੀਖ ਮਾਤ ਕੀ ਮਾਨੀ। ਤੋ ਬੜੇ ਸਤਿਕਾਰ ਦੇ ਨਾਲ, ਅਦਬ ਦੇ ਨਾਲ ਮਾਤਾ ਭਾਨੀ ਜੀਆਂ ਦੀ ਸਿੱਖਿਆ ਸ੍ਰੀ ਗੁਰੂ ਅਰਜਨ ਦੇਵ ਜੀਆਂ ਮੰਨੀ ਹੈ। ਸੀਸ ਨੰਬਰ ਕਰ ਬੰਧਨ ਠਾਨੀ। ਤੇ ਦੋਵੇਂ ਹੱਥ ਜੋੜ ਕੇ ਚਰਨਾਂ ਤੇ ਸਿਰ ਲਾ ਕੇ ਮੱਥਾ ਟੇਕਿਆ ਹੈ। ਵਿਦਾ ਹੋਏ ਜਨਨੀ ਤੇ ਨਿਕਸੇ। ਆਪਣੀ ਮਾਤਾ ਜੀਆਂ ਤੋਂ ਆਗਿਆ ਲੈ ਕਰਕੇ ਨਿਕਲੇ ਆ ਸਤਿਗੁਰੂ ਜੀ। ਕਮਲ ਪੱਤਰ ਸੇ ਲੋਚਨ ਬਿਕਸੇ। ਜਿਨ੍ਹਾਂ ਦੇ ਨੇਤਰ ਜਿਹੜੇ ਆ ਉਹ ਜਿਹੜੇ ਵੈ ਕਮਲ ਦੀ ਪੰਖੜੀ ਵਾਂਗੂ ਬੜੇ ਵੱਡੇ ਖੁੱਲੇ ਖਿੜ ਰਹੇ ਆ, ਪ੍ਰਕਾਸ਼ ਹੋ ਰਹੇ ਆ। ਬਾਹਰ ਪਿਤਾ ਕੋ ਕਰ ਕੈ ਨਮੋ। ਇਸ ਤੋਂ ਬਾਅਦ ਗੁਰਪਿਤਾ ਗੁਰੂ ਰਾਮਦਾਸ ਮਹਾਰਾਜ ਦੇ ਪਾਸ ਆਏ ਆ ਸ੍ਰੀ ਅਰਜਨ ਦੇਵ ਜੀ। ਪਿਤਾ ਜੀ ਦੇ ਚਰਨੀ ਹੱਥ ਲਾਏ, ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਤਾਊ ਸੰਗ ਚੱਲੇ ਤਿਹ ਸਮੋ। ਤੇ ਫਿਰ ਇਥੋਂ ਚੱਲੇ ਆ ਆਪਣੇ ਤਾਇਆ ਜੀ ਦੇ ਨਾਲ ਲਾਹੌਰ ਵਾਲੇ ਪਾਸੇ ਨੂੰ।